ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਖਮਾਰੇ। ਦਇਆ ਕਰਹੁ ਕਿਛ ਮੇਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸੋ ਕਹੋ ਟਲ ਗੁਰ ਸੇਵੀਐ, ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸ਼ੋਂ ਕੁਰਸ਼ੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਜੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਜੁਗਹਿ ਨਹੀਂ ਦੂਰੇ। ਹਰ ਰਸ ਜੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਕਿਆ ਬਗ ਬਪੁੜਾ ਛਪੜੀ ਨਹਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬਪੁੜਾ ਛਪੜੀ ਨਹਾਏ। ਕੀਚੜ ਡੂਬੈ ਮੈਲ ਨਾ ਜਾਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ
ਗੁਰੂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਆਪ ਸਮੂਹ ਮਾਈ ਪਾਈ ਵਡਭਾਗੀ ਹੋ, ਜਿਨ੍ਹਾਂ ਨੇ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ, ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ ਜਗਦੀ ਜੋਤ ਸ਼ਹਿਨਸ਼ਾਹ ਪਿਤਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਮੁਕੱਦਸ ਗੋਦ ਵਿੱਚ ਅੰਮ੍ਰਿਤ ਵੇਲੇ ਦੀ ਉਦਮ ਕਰਕੇ ਹਾਜ਼ਰੀ ਭਰੀ ਹੈ। ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਵੇਲੇ ਤੋਂ ਨਾ ਬਾਣੀ ਦੀ ਵਰਖਾ ਹੋ ਰਹੀ ਹੈ। ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੈ ਸੁਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤ ਵੇਲੇ ਤੋਂ ਕਿਰਪਾ ਵਰਤ ਰਹੀ ਹੈ। ਆਪ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਅੰਮ੍ਰਿਤ ਵੇਲੇ ਦਾ ਧੰਨ ਗੁਰੂ ਰਾਮਦਾਸ ਜੀਆਂ ਨੇ ਹੁਕਮਨਾਮਾ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਪਵਿੱਤਰ ਸਥਾਨ ਦੀ ਮਰਜ਼ਾਦਾ ਅਨੁਸਾਰ ਹੁਕਮਨਾਮੇ ਦੀ ਵਿਚਾਰ ਕਰਨ ਦਾ ਸਮਾਂ ਹੋਇਆ ਹੈ। ਮਾਲਕ ਦੀ ਬਹੁਤ ਰਹਿਮਤ ਹੈ। ਅੱਜ ਦਾ ਜੋ ਹੁਕਮ ਹੈ, ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਨਾਸਰੀ ਰਾਗੜੀ ਦੁਆਰਾ ਕਿਰਪਾ ਕੀਤੀ ਹੈ। ਇਸ ਪਾਵਨ ਹੁਕਮ ਦੇ ਅੰਦਰ ਮਹਾਰਾਜ ਨੇ ਭਗਤੀ ਕਰਨ ਵਾਲੇ ਸੰਤ ਮਹਾਤਮਾ ਜਨਾਂ ਦਾ ਬਹੁਤ ਜ਼ਿਆਦਾ ਜ਼ਿਕਰ ਕੀਤਾ ਹੈ ਕਿ ਰੱਬ ਦੇ ਪਿਆਰਿਆਂ ਦਾ ਜੀਵਨ ਇੱਕ ਉੱਚਾ ਤੇ ਸੁੱਚਾ ਹੋਇਆ ਕਰਦਾ ਬੇਦਾਗ ਹੈ, ਕਿਉਂਕਿ ਪਰਮੇਸ਼ਰ ਦੇ ਪਿਆਰੇ ਹੰਸਾਂ ਦੀ ਨਿਆਈ ਹੈ। ਔਰ ਜਿਹੜੇ ਮਨਮੁਖ ਲੋਕ, ਸਾਖਤ ਲੋਕ, ਉਹਨਾਂ ਨੂੰ ਇੱਥੇ ਬਗਲੇ ਦੀ ਜੋ ਖਾਣ ਪੀਣ ਦੀ ਆਦਤ ਹੈ, ਜੋ ਉਹਦਾ ਮਾੜਾ ਰਹਿਣਾ ਸਹਿਣਾ ਹੈ, ਉਹਦੇ ਨਾਲ ਤਸ਼ਬੀਹ ਦਿੱਤੀ ਹੈ। ਇੰਜ ਕਹਿ ਲੈਣਾ ਕਰੋ ਕਿ ਹੰਸ ਤੇ ਬਗਲਾ ਵੇਖਣ ਦੇ ਵਿੱਚ ਪਰ ਇੱਕੋ ਜਿਹਾ ਹੈ, ਪਰ ਉਹਨਾਂ ਦੇ ਜੀਵਨ ਦਾ ਬਹੁਤ ਜ਼ਿਆਦਾ ਫਰਕ ਹੈ। ਸੋ ਮਹਾਰਾਜ ਸਾਹਿਬ ਜੀ ਨੇ ਇੰਜ ਕਹਿ ਲੈਣਾ ਕਰੋ ਕਿ ਹੰਸ ਇੱਕ ਗੁਰਮੁਖਾਂ ਦੀ ਨਿਆਈ ਹੈ ਤੇ ਬਗਲਾ ਇੱਕ ਮਨਮੁਖਤਾਈ ਦੇ ਅੰਦਰ ਆ। ਸੋ ਰਹੋ ਵਿਚਾਰ ਇਹ ਜਿਹੜਾ ਪਾਵਨ ਹੁਕਮ ਆ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਨੇ ਜਗਤ ਜਲੰਦੇ ਨੂੰ ਠੰਡ ਪਾਉਂਦਿਆਂ ਜਿਸ ਸਮੇਂ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਅਚਲ ਬਟਾਲੇ ਪਹੁੰਚੇ ਆ, ਉੱਥੇ ਭੰਗਰਨਾਥ ਜੋਗੀ ਦੇ ਨਾਲ ਉਹਦੇ ਹੋਰ ਵੀ ਸਿੱਧ ਬੜੇ ਇਕੱਠੇ ਹੋਏ। ਸ਼ਿਵਰਾਤਰੀ ਦਾ ਜੋੜ ਮੇਲਾ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਆ। ਮਹਾਰਾਜ ਸਾਹਿਬ ਜੀਆਂ ਨੇ ਕੀਰਤਨ ਕੀਤਾ। ਸੰਗਤਾਂ ਸਾਰੀਆਂ ਉਲਟ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਜੁੜੀਆਂ। ਉਹਨੇ ਭੰਗਰਨਾਥ ਨੇ ਬੜੇ ਆਪਣੇ ਹੋਰ ਜੋਗੀ ਸਿੱਧਾਂ ਨੂੰ ਭੇਜਣਾ ਕੀਤਾ ਕਿ ਜਾਓ ਵੇਖੋ ਕੌਣ ਆ ਗਿਆ ਹੈ। ਇਹ ਸਾਰੀ ਉਮਤ ਨੂੰ ਸਾਰੀਆਂ ਇਹ ਦੁਨਿਆਵੀ ਤੌਰ 'ਤੇ ਜੋ ਸਾਡੇ ਨਾਲ ਲੋਕ ਜੁੜੇ ਸੀ, ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਘਰ ਦਾ ਪਤਾ ਨਹੀਂ ਸੀ। ਇਹ ਤਾਂ ਰੱਬੀ ਬਾਣੀ ਦੇ ਜਾਪ ਹੋਣ ਲੱਗੇ ਆ, ਉਹਨਾਂ ਨਾਲ ਵਿਚਾਰ ਚਰਚਾ ਕਰਕੇ ਉਠਾ ਦਿਓ। ਉਹਨਾਂ ਨੇ ਬੜੀ ਲੰਮੀ ਚੌੜੀ ਗੋਸ਼ਟ ਕੀਤੀ ਆ। ਆਖਿਰਕਾਰ ਉਹਨਾਂ ਦੀ ਵਾਹ ਪੇਸ਼ ਨਾ ਗਈ। ਆਪ ਹਾਰ ਕੇ ਆਇਆ, ਫਿਰ ਆਪਣੀ ਕਰਾਮਾਤ ਵਿਖਾਉਣ ਲੱਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੇਰਾ ਸਾਡੇ ਆਉਣ ਦੇ ਨਾਲ ਇਹ ਕੁਛ ਘਾਟਾ ਨਹੀਂ ਪੈ ਸਕਦਾ। ਕੋਈ ਵਿਚਾਰ ਕਰਨੀ ਤੇ ਰੱਬ ਦੇ ਨਾਂ ਦੀ ਕਰ। ਉਹਨਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਮਾਣ ਸੀ। ਕਹਿਣ ਲੱਗੇ ਨਾਨਕ ਪਾ ਜੀ, ਸਾਡੇ ਕੋਲ ਇੰਨੀ ਕਰਾਮਾਤ ਆ
ਇੱਥੇ ਅਸੀਂ ਬੈਠੇ ਹੋਏ ਨੌਖੰਡ ਧਰਤੀ ਤੇ ਬ੍ਰਹਿਮੰਡਾਂ ਤੇ ਘੁੰਮ ਕੇ ਆ ਸਕਦੇ, ਯਾਤਰਾ ਕਰ ਲੈਂਦੇ ਆ। ਇੱਥੇ ਬੈਠੇ ਆਪਾਂ ਮਾਨ ਸਰੋਵਰ ਤੋਂ ਹੀਰੇ ਮੋਤੀ ਜਵਾਹਰ ਆਦਿਕ ਚੁਣ ਲੈਣਾ ਕਰਦੇ ਆ। ਅਸੀਂ ਮਾਨ ਸਰੋਵਰ ਤੋਂ ਇਸ਼ਨਾਨ ਕਰ ਲੈਂਦੇ ਆ ਤੇ ਨਾਲ ਬਾਬਾ ਜਿਹੜਾ ਮਾਨ ਸਰੋਵਰ ਤੋਂ ਇਸ਼ਨਾਨ ਕਰਦਾ ਉਹਦਾ 7 ਸਮੁੰਦਰਾਂ ਦਾ ਇਸ਼ਨਾਨ ਹੋ ਜਾਂਦਾ। ਤੁਸੀਂ ਕੋ ਵਿਖਾਓਗੇ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਜਦੋਂ ਸਿੱਧਾਂ ਦੇ ਬਾਹਰ ਦੇ ਭੇਖ ਵੇਖੇ, ਉਹਨਾਂ ਦੀਆਂ ਕਰਾਮਾਤਾਂ, ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਭੇਖ ਵੇਖਿਆ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਸਲੀ ਸਰੋਵਰ ਤੇ ਅਸਲੀ ਜਵਾਹਰ ਆਦਿਕ ਮੋਤੀ ਤੇ ਅਸਲੀ ਰੱਬ ਦੇ ਪਿਆਰੇ ਹੰਸਾਂ ਦੀ ਗੱਲ ਕੀਤੀ ਆ। ਗੁਰੂ ਕੇ ਪਿਆਰਿਓ, ਹੰਸ ਦਾ ਮਾਨ ਸਰੋਵਰ ਤੇ ਚੋਗਾ ਆ, ਉਹ ਚੁਗਦਾ ਆ। ਔਰ ਹੰਸਾਂ ਵੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਡੁੱਬ ਮੋਏ ਬੱਗ ਬਾਪੜੇ। ਗੁਰੂ ਕੇ ਪਿਆਰੋ, ਜਿਹੜੇ ਇਹ ਬੱਗ ਜਿਹੜੇ ਬਗਲੇ ਸੀ ਨਾ, ਉਹਨਾਂ ਨੂੰ ਚਾਅ ਤੇ ਆਇਆ ਕਿ ਹੇਠਾਂ ਸ਼ਾਇਦ ਸਾਡੇ ਨਾਲ ਦੇ ਆ, ਕਿਉਂਕਿ ਉਹਨਾਂ ਨੂੰ ਉੱਥੇ ਖੁਰਾਕ ਨਾ ਮਿਲੀ, ਉਹਨਾਂ ਨੂੰ ਉੱਥੋਂ ਉੱਡ ਕੇ ਜਾਣਾ ਪਿਆ। ਕਿਉਂਕਿ ਮਹਾਰਾਜ ਦੇ ਬਚਨ ਆਉਂਦੇ, ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਬਗਲੇ ਨੂੰ ਡੱਡੀਆਂ ਮੱਛੀਆਂ ਦੇ ਨਾਲ ਆ, ਤੇ ਹੰਸ ਦਾ ਗੁਰੂ ਕੇ ਪਿਆਰਿਓ ਜਿਹੜਾ ਚੋਗਾ ਹੀਰੇ ਤੇ ਮੋਤੀਆਂ ਦਾ ਆ, ਉਹਦੀ ਉੱਥੇ ਰਾਸ ਨਾ ਰਲਣਾ ਕੀਤੀ। ਇਸ ਕਰਕੇ ਮਹਾਰਾਜ ਕਹਿੰਦੇ ਇੱਕ ਹੰਸ ਆ, ਉਹ ਪੰਛੀ ਆ, ਉਹ ਮਾਨ ਸਰੋਵਰ ਤੇ ਟਿਕਿਆ ਹੋਇਆ। ਪਰ ਜਿਹੜੇ ਰੱਬ ਦੇ ਪਿਆਰੇ ਮਹਾਤਮਾ ਜਨ ਬੰਦਗੀਵਾਨ ਆ, ਇਤਿਹਾਸ ਵਿੱਚੋਂ ਆਪਾਂ ਜਦੋਂ ਜ਼ਿਕਰ ਪੜ੍ਹਦੇ ਆ ਤੇ ਮਹਾਰਾਜ ਨੇ ਭਾਈ ਪਾਰੋ ਸਾਹਿਬ ਜੀ ਵਰਗਿਆਂ ਨੂੰ ਪਰਮਹੰਸ ਦੇ ਖਿਤਾਬ ਦਿੱਤੇ ਸੀ ਕਿ ਸਾਡੇ ਪਰਮਹੰਸ ਸਿੱਖ ਆ। ਗੁਰੂ ਕੇ ਪਿਆਰਿਓ, ਇਹ ਮਾਨ ਸਰੋਵਰ ਜਿਹੜਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਆ, ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਅਕਾਲ ਪੁਰਖ ਇੱਕ ਮਾਨ ਸਰੋਵਰ ਆ। ਕਹਿੰਦੇ ਉਹਦੇ ਵਿੱਚ ਆਪਾਂ ਆ ਕਰਕੇ ਮਹਾਰਾਜ ਕਹਿੰਦੇ ਚੋਗਾ ਚੁਗਦੇ ਆ ਨਾਮ ਦਾ। ਇਸ ਕਰਕੇ ਤੁਹਾਡੀ ਸਾਡੇ ਨਾਲ ਕੋਈ ਬਣਨੀ ਨਹੀਂ। ਉਹਨਾਂ ਨੇ ਬੜੀ ਲੰਮੀ ਚੌੜੀ ਗੋਸ਼ਟ ਕੀਤੀ ਆ। ਫਿਰ ਉਹ ਝਗੜਾ ਕਰਨ ਤੱਕ ਵੀ ਆਏ। ਮਹਾਰਾਜ ਕਹਿੰਦੇ ਸਬਰ ਸੰਤੋਖ ਰੱਖੋ, ਲੋਕਾਂ ਨੂੰ ਗੁੰਮਰਾਹ ਕੀਤਾ ਸੀ, ਹੁਣ ਬਚਨ ਤਾਂ ਸੁਣਨਾ ਕਰੋ। ਗੁਰੂ ਕੇ ਪਿਆਰੋ, ਇਤਿਹਾਸ ਪੜ੍ਹ ਕੇ ਵੇਖੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਸੇ ਦੇ ਉੱਪਰ ਚੜ੍ਹਾਈ ਕਰਕੇ ਨਹੀਂ ਗਏ। ਪਰ ਜਦੋਂ ਗੁਰੂ ਨਾਨਕ ਸਾਹਿਬ ਦੁਨੀਆ ਤੇ ਆਏ ਨਾ, ਇੱਥੇ ਆਮ ਤੌਰ ਤੇ 3 ਸ਼੍ਰੇਣੀਆਂ ਦਾ ਕਬਜ਼ਾ ਸੀ। ਕਿਉਂਕਿ ਜੋਗੀ ਲੋਕ ਜੋਗ ਮਤ ਅਨੁਸਾਰ ਇਹ ਲੋਕਾਂ ਨੂੰ ਪਿੱਛੇ ਲਾ ਕੇ ਬੈਠੇ ਸੀ। ਕਾਜੀ ਲੋਕ ਆਪਣੇ ਅਖਲਾਕ ਤੋਂ ਡਿੱਗ ਚੁੱਕੇ ਸੀ। ਇਸੇ ਤਰ੍ਹਾਂ ਜਿਹੜੇ ਪੰਡਤ ਲੋਕ ਸੀ ਵਿਖਾਵੇ ਕਰਕੇ ਸੀ, ਅੰਦਰ ਕੁਛ ਨਹੀਂ ਸੀ ਰਹਿ ਗਿਆ। ਧੰਨ ਗੁਰੂ ਨਾਨਕ ਸਾਹਿਬ ਜਦੋਂ ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਪ੍ਰਚਾਰ ਕਰਦੇ ਆ, ਉਹਨਾਂ ਤਿੰਨਾਂ ਦਾ ਕਬਜ਼ਾ ਸੀ। ਕਹਿੰਦੇ ਕਿ ਬਾਬਾ ਤੂੰ ਪ੍ਰਚਾਰ ਜੀ ਸਦਕੇ ਕਰ, ਪਰ ਸਾਡੇ ਅਧੀਨ ਹੋ ਕੇ ਤੇ ਗੁਲਾਮ ਹੋ ਕੇ ਕਰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਮੈਂ ਤਾਂ ਪਹਿਲਾਂ ਜਿਹੜੀਆਂ ਤੁਸੀਂ ਗੁਲਾਮੀ ਦੀਆਂ ਜੰਜੀਰਾਂ ਦੇ ਸੰਗਲ ਬੱਧੇ ਆ, ਇਹਨਾਂ ਨੂੰ ਵੱਢਣ ਵਾਸਤੇ ਆਇਆ, ਇਹਨਾਂ ਸੰਗਲਾਂ ਨੂੰ ਤੋੜਨ ਵਾਸਤੇ ਆਇਆ। ਹਰ ਇੱਕ ਨੂੰ ਆਜ਼ਾਦੀ ਚਾਹੀਦੀ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੌਜ ਵਿੱਚ ਵਿਚਰੇ ਆ। ਇੱਥੇ ਫਿਰ ਆ ਕੇ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ 19 ਰਾਗਾਂ ਦੇ ਵਿੱਚ ਬਾਣੀ ਆ, 973 ਕੋ ਸ਼ਬਦਾਂ ਦੇ ਲਾਗੇ ਆ। ਔਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮੁੱਖ ਬਾਣੀ, ਜਿਹਨੂੰ ਜਪ ਨਿਸ਼ਾਨ ਕਹਿੰਦੇ, ਜਪਜੀ ਸਾਹਿਬ ਦੇ ਨਾਲ ਹੋਈ ਆ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਵਾਰੀ-ਵਾਰੀ ਸਮੇਂ ਅਨੁਸਾਰ ਬਾਣੀ ਉਚਾਰਨ ਕੀਤੀ ਆ। ਇਸ ਲੋਕਾਈ ਦਾ ਭਲਾ ਕੀਤਾ, ਸਾਡੇ ਕਲਯੁਗੀ ਜੀਵਾਂ ਦੇ ਉੱਪਰ ਤਰਸ ਖਾਧਾ। ਸੋ ਆਓ ਮਨ ਬਿਰਤੀਆਂ ਨੂੰ ਕਾਗਰ ਕਰੀਏ। ਕਿਉਂਕਿ ਸ਼ਬਦ ਜਿਹੜਾ ਅਸ਼ਟਪਦੀਆਂ ਦਾ ਬਹੁਤ ਲੰਮੇਰਾ ਆ। ਇਹ ਸ਼ਬਦੀਆਂ ਇਹ 32 ਪੰਕਤੀਆਂ ਆ ਤੇ ਸਮੇਂ ਨੇ ਆਪਣੇ ਚਾਲ ਚੱਲਦਿਆਂ, ਇਸ ਕਰਕੇ ਆਓ ਮਨ ਬਿਰਤੀਆਂ ਸੁਰਤੀਆਂ ਨੂੰ ਜੋੜੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਸੀਸ ਝੁਕਾ ਕੇ ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਧਨਾਸਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧਨਾਸਰੀ ਰਾਗ ਅੰਦਰ ਘਰ ਦੂਜਾ। ਦੂਜੇ ਘਰ ਸੁਰ ਤਾਲ ਦੇ ਵਿੱਚ ਸ਼ਬਦ ਉਚਾਰਨ ਕਰਦੇ ਆ। ਘਰ ਦੇ ਵਿਆਕਰਨ ਦੇ ਮੁਤਾਬਕ ਬੜੇ ਅਰਥ ਮਹਾਰਾਜ ਸਾਹਿਬ ਨੇ ਗੁਰਬਾਣੀ ਵਿੱਚ ਕੀਤੇ ਆ। ਘਰ ਆਪਣੇ ਰੈਣ ਬਸੇਰੇ ਨੂੰ ਵੀ ਕਿਹਾ ਜਾਂਦਾ। ਘਰ ਦਾ ਅਰਥ ਹਿਰਦਾ ਵੀ ਆ, ਘਰ ਮਕਾਮ ਵੀ ਆ, ਘਰ ਸਾਡੀ ਕਾਇਆ ਵੀ ਆ। ਜਦੋਂ ਆਪਾਂ ਸ਼ਾਮ ਨੂੰ ਕੀਰਤਨ ਸੋਹਲੇ ਦਾ ਜਾਪ ਕਰਦੇ ਆ ਨਾ, 6 ਘਰ 6 ਗੁਰ 6 ਉਪਦੇਸ਼। ਉੱਥੇ ਗੁਰੂ ਕੇ ਪਿਆਰੋ 6 ਸ਼ਾਸਤਰ, 6 ਉਹਨਾਂ ਦੇ ਕਰਤੇ ਤੇ 6 ਪ੍ਰਕਾਰ ਦੇ ਉਪਦੇਸ਼ ਆ। ਜਦੋਂ ਆਪਾਂ ਬਚਨ ਪੜ੍ਹਦੇ ਆ, ਘਰ ਮੈਂ ਘਰ ਦਿਖਾਏ ਦੇ, ਇਹ ਹਿਰਦੇ ਰੂਪੀ ਘਰ ਦੇ ਵਿੱਚ ਚਾਨਣ ਕਰਨਾ, ਪ੍ਰਕਾਸ਼ ਕਰਨਾ। ਇਸ ਕਰਕੇ ਇਹ ਸੁਰ ਤਾਲ ਦੇ ਵਿੱਚ ਦੂਸਰੇ ਘਰ ਦੇ ਵਿੱਚ ਮਹਾਰਾਜ ਨੇ ਸ਼ਬਦ ਉਚਾਰਿਆ। ਅਸ਼ਟਪਦੀਆਂ ਸਰਲੇਖ ਮਿਲਦਾ ਕਿ ਜਿਹੜਾ ਸਰਲੇਖ ਉੱਪਰ ਹੋਵੇ ਸ਼ਬਦ ਦੇ ਵਿੱਚ ਉਸੇ ਤਰ੍ਹਾਂ ਉਨੀਆਂ ਪੰਕਤੀਆਂ ਹੋਣਗੀਆਂ, ਓਨੇ ਬੰਦ ਹੋਣਗੇ। ਇਹ 8 ਬੰਦਾਂ ਵਾਲੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਹੁਕਮਨਾਮੇ ਵਿੱਚ ਬਾਣੀ ਉਚਾਰੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਵਸਤੂ ਨਿਰਦੇਸ਼ਕ ਮੰਗਲ ਆ, ਕਿਉਂਕਿ ਇਹ ਛੋਟਾ ਮੰਗਲ ਆ। ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਇਸ ਮੰਗਲ ਨੂੰ ਮਹਾਰਾਜ ਨੇ 524 ਵਾਰ ਉਚਾਰਨ ਕੀਤਾ। 524 ਵਾਰ ਇੱਕ ਮੰਗਲ ਆਪਾਂ ਪੜ੍ਹਦੇ ਆ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ। ਇਹ 2 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਉਚਾਰਿਆ। ਇੱਕ ਵਾਰਾਂ 81 ਅੰਗ ਤੇ, ਇੱਕ ਵਾਰਾਂ 544 ਅੰਗ ਤੇ। ਇੱਕ ਤੀਸਰਾ ਮੰਗਲ ਪੜ੍ਹਦੇ ਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਹ 9 ਵਾਰਾਂ ਕਿਰਪਾ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ, 9 ਵਾਰੀ। ਇੱਕ ਮੰਗਲ ਪੜ੍ਹਦੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ 33 ਵਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਆ। ਸਾਰੇ ਕੁੱਲ ਮੰਗਲ ਮਿਲਾ ਕੇ ਮਹਾਰਾਜ ਨੇ ਗੁਰੂ ਕੇ ਪਿਆਰੋ 568 ਵਾਰਾਂ ਇਹ ਮੰਗਲਾਂ ਦੇ ਸਰਲੇਖ ਉੱਪਰ ਇੱਕ ਓੰਕਾਰ ਇਹ ਮਹਾਰਾਜ ਨੇ ਉਚਾਰਨ ਕੀਤਾ ਆ। ਇਹ ਸਤਿਗੁਰਾਂ ਦੀ ਮੌਜ ਆ। ਮੰਗਲ ਵੱਡਾ ਉਚਾਰਨ ਜਾਂ ਛੋਟਾ, ਪਰਮਾਤਮਾ ਇੱਕ ਹੈ, ਅਦਵੈਤ ਹੈ, ਸੱਚ ਚਿਤ ਆਨੰਦ ਸਰੂਪ ਹੈ। ਉਹਦੇ ਵਰਗਾ ਕੋ ਪਹਿਲਾਂ ਨਾ ਹੋਇਆ ਨਾ ਹੋਵੇਗਾ। ਉਹ ਆਦ ਸੱਚ, ਅੱਜ ਵੀ ਸੱਚਾ ਤੇ ਅਗਾਂਹ ਵੀ ਸੱਚਾ ਰਹੇਗਾ। ਓੰਕਾਰ ਸਾਰੇ ਬ੍ਰਹਿਮੰਡ ਦਾ ਪ੍ਰਕਾਸ਼ਕ ਹੈ। ਸਾਰੀ ਕਾਇਨਾਤ ਜਿੰਨੀ ਵੀ ਸ੍ਰਿਸ਼ਟੀ ਆ, ਇਹ ਇੱਕ ਪਰਮਾਤਮਾ ਤੋਂ ਗੁਰੂ ਕੇ ਪਿਆਰੋ ਬਣੀ ਹੋਈ ਆ। ਇੱਕੇ ਨੇ ਸਭ ਕੁਝ ਬਣਾਇਆ। ਉਹ ਆਪਣੀ ਮੌਜ ਦੇ ਵਿੱਚ ਬਣਾ ਵੀ ਰਿਹਾ ਤੇ ਢਾਹ ਵੀ ਰਿਹਾ। ਇੱਕ ਓੰਕਾਰ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ, ਰਹਿਮਤ ਨਾਲ ਹੁੰਦੀ ਆ। ਉਹ ਸਤ ਹੈ, ਸੱਚਾ ਹੈ। ਗੋ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ। ਇਹ ਸਤਿਗੁਰੂ ਕੌਣ ਆ ਕਿ ਜਿਸ ਦਾ ਨਾਮ ਲਿਆ ਅੰਦਰ ਚਾਨਣ ਹੋ ਜਾਵੇ। ਉਹਦੀ ਪ੍ਰਸਾਦ ਕਿਰਪਾ ਦੇ ਨਾਲ ਇੱਕ ਓੰਕਾਰ ਦੀ ਪ੍ਰਾਪਤੀ ਹੈ। ਗੁਰ ਸਾਗਰ ਰਤਨੀ ਭਰਪੂਰੇ। ਹੁਣ ਇੱਥੋਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਕਿ ਹੇ ਸਿੱਧੋ, ਗੁਰ ਸਾਗਰ ਉਹ ਅਕਾਲ ਪੁਰਖ ਕਿਰਪਾ ਦਾ ਸਾਗਰ ਹੈ। ਰਤਨੀ ਭਰਪੂਰੇ, ਉਹ ਭਾਵ ਜਿਹੜਾ ਰਤਨਾ ਨਾਲ, ਜਵੇਹਰ ਆਦਿਕ ਦੇ ਨਾਲ ਭਰਪੂਰੇ ਨੱਕੋ ਨੱਕ ਭਰਿਆ ਪਿਆ ਹੈ। ਕਿਉਂਕਿ ਅੱਜ ਵੀ ਆਪਾਂ ਇਸ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਵਨ ਸਰੋਵਰ ਵਿੱਚ ਆਪਾਂ ਇਸ਼ਨਾਨ ਕਰਦੇ ਆ। ਅੰਦਰ ਜਾ ਕਰਕੇ ਦੁਆ ਕਰਦੇ ਆ। ਇੱਕ ਦੇ ਰਤਨ ਖਤਮ ਹੋ ਗਏ ਆ। ਆਦ ਕਾਲ ਤੋਂ ਆਪਾਂ ਝੋਲੀ ਕਰਕੇ ਮੰਗ ਰਹੇ ਆ। ਇਹ ਰਤਨ ਕਦੇ ਮੁੱਕਣ ਵਾਲੇ ਨਹੀਂ, ਕਿਉਂਕਿ ਏਡਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਖਜ਼ਾਨਾ ਹੈ। ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਇਹ ਕਦੇ ਮੁੱਕਣ ਵਾਲਾ ਨਹੀਂ। ਏਡਾ ਸਰੋਵਰ ਮਹਾਰਾਜ ਨੇ ਖਜ਼ਾਨਾ ਭਰ ਦਿੱਤਾ ਹੈ ਕਿ ਦੇਂਦਾ ਦੇ, ਲੈਂਦੇ ਥੱਕ ਪਾਏ। ਆਪਾਂ ਥੱਕ ਜਾਵਾਂਗੇ। ਪਰਮਾਤਮਾ ਦਾ ਖਜ਼ਾਨਾ ਅਮੁੱਕ ਹੈ।
ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਕਿਰਪਾ ਦਾ ਸਾਗਰ ਹੈ ਤੇ ਰਤਨਾ ਜਵੇਹਰ ਆਦਿਕ ਦੇ ਨਾਲ ਭਰਪੂਰ ਲਬਾਲਬ ਭਰਿਆ ਹੋਇਆ ਹੈ। ਕਿਉਂਕਿ ਗੁਰ ਕਾ ਸ਼ਬਦ ਤਨ ਹੈ, ਹੀਰੇ ਜਿਤ ਜੜਾਓ। ਇਹ ਗੁਰੂ ਕਾ ਸ਼ਬਦ ਹੀ ਗੁਰੂ ਕੇ ਪਿਆਰੋ ਅਸਲੀ ਰਤਨ ਹੈ। ਇਹ ਭਰਿਆ ਪਿਆ ਹੈ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਫਿਰ ਮਹਾਰਾਜ ਸਿੱਧਾ ਨੂੰ ਕਹਿਣ ਲੱਗੇ, ਵੇਖੋ ਤੁਸੀਂ ਤਾਂ ਕਹਿੰਦੇ ਆਪਾਂ ਕਦੇ ਕਦਾਈ ਮਾਨ ਸਰੋਵਰ ਤੇ ਜਾ ਕੇ ਚੁੱਭਾ ਲਾਉਂਦੇ ਆ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਸੰਤ, ਸ਼ਾਂਤ ਆਤਮਾ ਵਾਲੇ ਸਾਧੂ ਜਨ ਆ, ਸੰਤ ਗੁਰੂ ਕੇ ਪਿਆਰਿਓ ਕੋਈ ਪਹਿਰਾਵਾ ਨਹੀਂ, ਕੋਈ ਭੇਖ ਨਹੀਂ ਆ। ਕਿਉਂਕਿ ਮਹਾਰਾਜ ਨੇ ਗੁਰਬਾਣੀ ਵਿੱਚ ਸੰਤ ਦੀ ਪਰਿਭਾਸ਼ਾ ਦੱਸੀ ਆ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਸੰਤ ਗੁਰੂ ਕੇ ਪਿਆਰੋ ਭਾਈ ਮਤੀ ਦਾਸ ਜੀ, ਇੱਕ ਪਾਸੇ ਆਰਾ ਚੱਲਦਾ ਪਿਆ ਤੇ ਜਪਜੀ ਦਾ ਜਾਪ ਹੁੰਦਾ ਪਿਆ, ਪੰਜ ਪ੍ਰਵਾਨ ਪੰਜ ਪ੍ਰਧਾਨ। ਉਸ ਸੰਤ ਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਸੰਤ ਨੂੰ ਕੋਈ ਵਾਧੇ ਘਾਟੇ ਦੇ ਨਾਲ ਨਹੀਂ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਮਹਾਤਮਾ ਪਰਮੇਸ਼ਰ ਤੋਂ ਦੂਰ ਨਹੀਂ ਹੁੰਦੇ। ਉਹ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਹੀ, ਇਹ ਜਿਹੜੀ ਸੰਗਤ ਆ ਇੱਕ ਸਰੋਵਰ ਆ। ਕਿਉਂਕਿ ਮਹਾਰਾਜ ਦੇ ਬਚਨ ਆਉਂਦੇ, ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਇਹ ਗੁਰੂ ਕੀ ਸੰਗਤ ਵੀ ਸਰੋਵਰ ਆ, ਇੱਕ ਪ੍ਰਤੱਖ ਸਰੋਵਰ ਆ। ਤੇ ਰੱਬ ਦੇ ਪਿਆਰੇ ਇੱਥੇ ਚੋਗਾ ਚੁਗਣ ਆਉਂਦੇ ਆ। ਗੁਰੂ ਕੇ ਪਿਆਰੋ ਵੇਖੋ, ਹੁਣ ਆਮ ਆਪਾਂ ਵੇਖਦੇ ਆ ਜਿਹੜੇ ਸ਼ਰਧਾ ਭਾਵਨਾ ਵਾਲੇ ਆ, ਕਮਾਈਆਂ ਵਾਲੇ ਅਭਿਆਸੀ ਆ, ਰਾਤ ਪੈ ਗਈ ਆ, ਆਮ ਆਪਾਂ ਸਹੁੰ ਚੁੱਕੇ ਆ, ਉਹ ਰਾਤ ਨੂੰ ਵੀ ਚੌਂਕੜਾ ਲਾ ਕੇ ਬੈਠੇ ਸੀ, ਕਿਉਂਕਿ ਚੋਗਾ ਚੁਗਦੇ ਪਏ ਸੀ। ਇੱਥੇ ਵੀ ਆਪਾਂ ਚੋਗਾ ਚੁਗਣ ਆਏ ਆ ਨਾ। ਤੇ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਬਾਹਰ ਅੰਦਰ ਖਲੋ ਕੇ ਸਮਾਂ ਗੁਜ਼ਾਰ ਲੈਣਾ, ਪਰ ਮਹਾਰਾਜ ਕਹਿੰਦੇ ਨਹੀਂ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਪਰਮੇਸ਼ਰ ਦੇ ਪਿਆਰੇ ਸੰਤ ਉਹ ਨਾਮ ਦਾ ਚੋਗਾ ਚੁਗਦੇ ਹੈ। ਕਰਨਾ ਮੁਦਤਾ ਇਹੋ ਜਿਹੇ ਸ਼ੁਭ ਗੁਣਾਂ ਨੂੰ ਚੁਗਣਾ ਕਰਦੇ ਹੈ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਉਹ ਹਰੀ ਦੇ ਨਾਮ ਦਾ ਰਸ ਚੋਗਾ ਚੁਗਦੇ ਤੇ ਪ੍ਰਭੂ ਨੂੰ ਭਾਵੈ, ਭਾ ਜਾਂਦੇ, ਪਿਆਰੇ ਲੱਗਦੇ ਹੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਐਸੇ ਪਰਮੇਸ਼ਰ ਗੁਰੂ ਦੇ ਭਾਵ ਸਰਵਰ ਮੈਂ ਹੰਸ ਐਸੇ ਮਹਾਤਮਾ ਜਨ ਅਪੇਦ ਹੋ ਜਾਂਦੇ, ਫਿਰ ਪ੍ਰਾਣਾਂ ਦੇ ਪਤੀ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੇ ਹੈ। ਕਿਆ ਬਗ ਬਪੂੜਾ ਛਪੜੀ ਨਾਏ। ਫਿਰ ਮਹਾਰਾਜ ਕਹਿੰਦੇ ਕੀ ਮਨਮੁਖ ਵਿਚਾਰਾ, ਇਹ ਬਗਲੇ ਦੀ ਨਿਆਈ, ਇਹ ਪਰਮੇਸ਼ਰ ਦੀ ਸਤ ਸੰਗਤ ਨੂੰ ਛੱਡ ਕਰਕੇ ਵਿਕਾਰਾਂ ਰੂਪੀ ਛਪੜੀ ਦੇ ਵਿੱਚ ਹੀ ਗੋਤੇ ਖਾ ਰਿਹਾ, ਕਿਉਂਕਿ ਚਿੱਕੜ ਦੇ ਵਿੱਚ ਹੀ ਨਹਾਉਂਦਾ ਪਿਆ ਆ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਦੇ ਆ, ਫਰੀਦਾ ਸੋਈ ਸਰਵਰ ਟੂਡ ਲੋ ਜਿੱਥੋਂ ਲੱਭੀ ਵੱਥ, ਛੱਪੜ ਟੂਡਾ ਕਿਆ ਪਵੈ ਚਿੱਕੜ ਡੁੱਬੈ ਹੱਥ। ਕਹਿੰਦੇ ਕਿ ਛੱਪੜਾਂ ਦੇ ਵਿੱਚੋਂ ਚਿੱਕੜ ਨੂੰ ਹੱਥ ਲੱਗੇਗਾ। ਇਸ ਕਰਕੇ ਮਾਨ ਸਰੋਵਰ ਨੂੰ ਪਾਉਣਾ ਕਰ, ਜਿੱਥੋਂ ਨਾਮ ਰੂਪੀ ਦਾਤ ਪ੍ਰਾਪਤ ਹੋ ਜਾਵੇ। ਆਪਾਂ ਰੋਜ਼ ਰਹਿਰਾ ਸਾਹਿਬ ਜੀ ਦੇ ਵਿੱਚ ਬਚਨ ਸੁਣਦੇ ਆ, ਚਿੱਤ ਸਾਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲੈ। ਗੁਰੂ ਕੇ ਪਿਆਰਿਓ, ਇਹ ਜਿਹੜਾ ਸੰਸਾਰ ਬਹੁਤ ਵੱਡਾ ਸਰੋਵਰ ਆ, ਇਹ ਹੈ ਵੀ ਸੁੱਕਾ ਆ ਤੇ ਮੋਹ ਰੂਪੀ ਚਿੱਕੜ ਦੇ ਵਿੱਚ ਆਪਾਂ ਫਸ ਚੁੱਕੇ ਆ। ਵਿਕਾਰਾਂ ਦੇ ਚਿੱਕੜ ਵਿੱਚ, ਕਾਮ ਕ੍ਰੋਧ ਦੇ ਚਿੱਕੜ ਵਿੱਚ ਫਸ ਚੁੱਕੇ ਆ। ਇਹ ਵਾਹਿਗੁਰੂ ਨੇ ਸੁੱਕੇ ਚਿੱਕੜ ਦੇ ਵਿੱਚ, ਇਸ ਸਾਗਰ ਦੇ ਵਿੱਚ, ਦੁਨੀਆ ਵਿੱਚ ਪਾਣੀ ਨਹੀਂ ਪਾਇਆ, ਕਿਉਂਕਿ ਉੱਥੇ ਮਹਾਰਾਜ ਨੇ ਕਿਹਾ ਕਿ ਅੱਗ ਦੀ ਲਾਟ ਬਲਦੀ ਪਈ ਆ। ਇਹ ਸੰਸਾਰ ਸਾਗਰ ਦੇ ਵਿੱਚ ਅੱਗ ਦੀਆਂ ਲਾਟਾਂ ਦੇ ਵਿੱਚ ਆਪਾਂ ਪਏ ਆ। ਇਸ ਕਰਕੇ ਕਿਆ ਬਗ ਬੱਪੜਾ ਛੱਪੜੀ ਨਹਾਏ। ਮਹਾਰਾਜ ਕਹਿੰਦੇ ਇਹ ਮਨਮੁਖ ਬੱਪੜਾ ਬਗਲੇ ਦੀ ਨਿਆਈ ਕੀ ਛੱਪੜੀਆਂ ਵਿੱਚ ਨਹਾਉਂਦਾ, ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਦੀ ਉਪਾਸਨਾ ਕਰਦਾ। ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੇ ਨੰਨੇ ਦੀ, ਢੋਲ ਟਮੱਕਾ ਸਰਵਰ ਦਾ। ਸਤਿਗੁਰ ਛੋੜ ਦੂਜਾ ਲੱਗੇ, ਡੁੱਬੇ ਸੇਵਣ ਜਾ ਰਿਹਾ। ਪਰਮੇਸ਼ਰ ਨੂੰ ਭੁੱਲ ਕੇ ਹੋਰਨਾਂ ਥਾਵਾਂ ਤੇ ਭੜਕਿਆ ਹੋਇਆ ਹੈ। ਕੀਚੜ ਡੁੱਬੈ ਮੈਲ ਨਾ ਜਾਏ। ਮਹਾਰਾਜ ਕਹਿੰਦੇ ਦੁਨਿਆਵੀ ਇਹ ਚਿੱਕੜ ਦੇ ਵਿੱਚ ਡੁੱਬਾ, ਇਹਦੀ ਮੈਲ ਨਹੀਂ ਕਿਤੇ ਉਤਰ ਸਕਦੀ, ਕਿਉਂਕਿ ਜਿੰਨਾ ਚਿਰ ਮਨ ਨਹੀਂ ਇਹ ਮੰਨਦਾ ਉਹਨਾਂ ਚਿਰ ਮੈਲ ਨਹੀਂ ਜਾਂਦੀ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ।
ਇਹੋ ਜਗ ਭਰਮ ਭੁਲਾਇਆ ਬਿਰਲਾ ਬੂਝੈ ਕੋਈ। ਮਹਾਰਾਜ ਕਹਿੰਦੇ ਇਦਾਂ ਭੜਕਣਾ ਨਾਲ ਮੈਲ ਨਹੀਂ ਉਤਰਦੀ। ਰਹਾਉ ਰਹਾਉ ਦਾ ਵਿਸਰਾਮ ਦੇ ਕੇ ਮਹਾਰਾਜ ਰਹਿਮਤ ਕਰਦੇ ਹੈ। ਰਖ ਰਖ ਚਰਨ ਧਰੇ ਵਿਚਾਰੀ। ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਮਹਾਤਮਾ ਜਨ ਇੱਕ ਇੱਕ ਵੀ ਚਰਨ ਪੈਰ ਪੁੱਟਦੇ ਆ ਤੇ ਵਿਚਾਰ ਦੇ ਨਾਲ ਕਿ ਆਪਾਂ ਕਿਸ ਪਾਸੇ ਜਾ ਰਹੇ ਆ। ਪਰਮੇਸ਼ਰ ਦੇ ਪਿਆਰੇ ਗੁਰੂ ਘਰ ਨੂੰ ਚੱਲਣਾ ਕਰਦੇ ਆ, ਵਿਚਾਰ ਦੇ ਨਾਲ ਸਿਮਰਨ ਕਰਦੇ ਹੈ। ਦੁਬਿਧਾ ਛੋੜ ਭਏ ਨਿਰੰਕਾਰੀ। ਇਸ ਕਰਕੇ ਉਹਨਾਂ ਦੇ ਅੰਦਰੋਂ ਦੁਬਿਧਾ ਦੁਚਿੱਤੀ ਪੁਣਾ ਇਹ ਛੋੜ ਤਿਆਗ ਦਿੱਤਾ ਹੈ। ਉਹ ਤਾਂ ਨਿਰੰਕਾਰੀ ਨਿਰਆਕਾਰ ਪਰਮੇਸ਼ਰ ਦੇ ਨਾਲ ਅਭੇਦ ਹੋ ਗਏ ਹੈ। ਮੁਕਤ ਪਦਾਰਥ ਹਰ ਰਸ ਚਾਖੇ। ਫਿਰ ਉਹਨਾਂ ਨੇ ਮੁਕਤੀ ਦਾ ਪਦਾਰਥ ਹਰੀ ਦਾ ਨਾਮ ਰਸ ਚਖਣਾ ਕੀਤਾ ਆ। ਗੁਰੂ ਕੇ ਪਿਆਰੋ ਚਾਰ ਪਦਾਰਥਾਂ ਦੀ ਆਮ ਗੱਲ ਆਉਂਦੀ ਆ, ਜਿਹਨੂੰ ਧਰਮ ਅਰਥ ਕਾਮ ਮੋਹ ਕਿਹਾ ਗਿਆ। ਤੇ ਮਹਾਰਾਜ ਸਾਹਿਬ ਨੇ ਕਿਹਾ ਇਹ ਸਾਰੇ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਆ, ਕਿਉਂਕਿ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾਂ ਕੀ ਸੇਵਾ ਲਾਗੈ। ਮਹਾਰਾਜ ਕਹਿੰਦੇ ਰੱਜ ਰੱਜ ਕੇ ਗੁਰੂ ਕੇ ਪਿਆਰਿਆਂ ਦੀ ਸੇਵਾ ਕਰ, ਇਹ ਤੈਨੂੰ ਚਾਰੇ ਪਦਾਰਥ ਪ੍ਰਾਪਤ ਹੋ ਜਾਣਗੇ। ਮੇਨ ਪਦਾਰਥ ਆ ਗੁਰੂ ਕੇ ਪਿਆਰੋ ਧਰਮ, ਤੇ ਧਰਮ ਉਹ ਕਮਾਵੇਗਾ। ਦੂਜਾ ਪਦਾਰਥ ਆ ਅਰਥ। ਅਰਥ ਦਾ ਅਰਥ ਹੁੰਦਾ ਜਿਹੜਾ ਲੋੜਵੰਦ ਹੋਵੇਗਾ, ਕਿਉਂਕਿ ਧਰਮੀ ਹੋਵੇ ਧਰਮ ਕਮਾਵੇ। ਧਰਮ ਉਹ ਕਮਾਵੇਗਾ ਜਿਹਨੂੰ ਲੋੜ ਹੋਵੇਗੀ, ਗੁਰੂ ਨਾਲ ਖਿੱਚ ਹੋਵੇਗੀ, ਪਿਆਰ ਹੋਵੇਗੀ। ਤੇ ਤੀਸਰਾ ਗੁਰੂ ਕੇ ਪਿਆਰੋ ਪਦਾਰਥ ਆ ਕਾਮ। ਤੇ ਧਰਮੀ ਬੰਦਾ ਲੋੜਵੰਦ ਹੋ ਕੇ ਇਹ ਜਦੋਂ ਕਾਰਜ ਕਰਦਾ ਉਹਦੀ ਇੱਛਾ ਕਾਮਨਾ ਪੂਰੀ ਹੋ ਜਾਂਦੀ ਆ। ਤੇ ਚੌਥਾ ਪਦਾਰਥ ਆ ਮੋਕਸ਼, ਇੱਛਾ ਦੀ ਪ੍ਰਾਪਤੀ ਹੋ ਜਾਂਦੀ ਆ। ਮੁਕਤ ਪਦਾਰਥ ਹਾਰਸ ਚਾਖੇ। ਇਹ ਸਾਰੇ ਪਦਾਰਥ ਹਰੀ ਦੇ ਨਾਮ ਰਸ ਚਖਣ ਦੇ ਨਾਲ ਇਹ ਪ੍ਰਾਪਤ ਹੁੰਦੇ ਹੈ। ਆਵਨ ਜਾਣ ਰਹੇ ਗੁਰ ਰਾਖੇ। ਉਹਨਾਂ ਗੁਰਮੁਖਾਂ ਦਾ ਰੱਬ ਦੇ ਪਿਆਰਿਆਂ ਦਾ ਆਉਣਾ ਜਾਣਾ ਜੰਮਣਾ ਮਰਨਾ ਗੁਰੂ ਨੇ ਰੱਖ ਦਿੱਤਾ, ਬਚਾ ਦਿੱਤਾ ਹੈ। ਕਿਉਂਕਿ ਜਨਮ ਮਰਨ ਦੋ ਮੈਂ ਨਾ ਹੀ ਜਨ ਪਰਉਪਕਾਰੀ ਆਏ। ਉਹ ਗੁਰੂ ਕੇ ਪਿਆਰੋ ਜਨਮ ਮਰਨ ਦੇ ਗੇੜ ਤੋਂ ਬਾਹਰ ਹੋ ਜਾਂਦੇ ਹੈ। ਸਰਵਰ ਹੰਸਾ ਛੋੜ ਨਾ ਜਾਏ। ਉਹ ਫੇ ਗੁਰੂ ਰੂਪੀ ਸਰੋਵਰ ਪਰਮੇਸ਼ਰ ਦੇ ਨਾਮ ਨੂੰ ਕਿਤੇ ਛੱਡ ਕੇ ਹੋਰ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਉਹ ਤਾਂ ਪ੍ਰੇਮਾ ਭਗਤੀ ਦੇ ਵਿੱਚ ਸਹਿਜ ਅਵਸਥਾ ਵਿੱਚ ਸਹਿਜ ਸੁਖ, ਸਹਿਜ ਸ਼ਾਂਤੀ, ਸਹਿਜ ਗਿਆਨ, ਸਹਿਜ ਭਾਵਨਾ, ਸਹਿਜ ਵਾਲੀ ਅਵਸਥਾ ਬਣ ਜਾਂਦੀ ਆ। ਆਪਾਂ ਕਈ ਵਾਰ ਵੇਖਦੇ ਆ, ਸੇਵਾ ਵੀ ਕਰਦੇ ਆ, ਕੋਈ ਦੂਜਾ ਕਰ ਲੱਗੇ ਪਰ ਉਹ ਅਵਸਥਾ ਨਹੀਂ ਬੜੀ ਹੁੰਦੀ। ਆਪਾਂ ਕਹਿੰਦੇ ਮੇਰੀ ਸੇਵਾ ਆ, ਨਹੀਂ ਅਜੇ ਸਹਿਜ ਅਵਸਥਾ ਵਿੱਚ ਨਹੀਂ। ਕਿਉਂਕਿ ਬਾਣੀ ਪੜ੍ਹਦੇ ਆ, ਕੋਈ ਲਾਗੋਂ ਦੀ ਲੰਘ ਜਾਵੇ ਆਪਾਂ ਕਹਿੰਦੇ ਤੂੰ ਉੱਚੀ ਨਾ ਕਹਿਆ, ਕਿਉਂਕਿ ਸਹਿਜ ਅਵਸਥਾ ਨਹੀਂ। ਪਰ ਜਿਨ੍ਹਾਂ ਦੀ ਸਹਿਜ ਅਵਸਥਾ ਬਣ ਗਈ ਉਹ ਮਾਲਕ ਦੇ ਨਾਮ ਵਿੱਚ ਹੀ ਸਮਾਏ ਅਭੇਦ ਹੋ ਜਾਂਦੇ ਹੈ। ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਇਸ ਕਰਕੇ ਰੱਬ ਦੇ ਪਿਆਰੇ ਤਤ ਬੇਤੇ ਪਰਮੇਸ਼ਰ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਅਭੇਦ ਹੈ। ਤੇ ਹੰਸ ਮਹਿ ਸਾਗਰ, ਤੇ ਸਾਗਰ ਰੱਬ ਦੇ ਪਿਆਰਿਆਂ ਦੇ ਆਸਰੇ ਹੈ। ਕਿਉਂਕਿ ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ, ਏਕੋ ਆਪ ਨਹੀਂ ਕਛ ਭਰਮ। ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਦਾ ਰੂਪ ਉਹ ਨਿਬੜਦਾ ਹੈ। ਕਥ ਕਥਾ ਗੁਰਬਚਨੀ ਆਦਰ। ਜਦੋਂ ਫਿਰ ਉਹ ਗੁਰੂ ਦੇ ਬਚਨਾਂ ਨੂੰ ਸਤਿਕਾਰ ਨਾਲ ਪੜ੍ਹਦੇ, ਅਕਥ ਜਿਹੜੀ ਕਥਨ ਤੋਂ ਰਹਿਤ ਗੁਰੂ ਕੀ ਕਥਾ ਹੈ, ਉਹਨਾਂ ਦਾ ਫਿਰ ਆਦਰ ਹੁੰਦਾ, ਉਹਨਾਂ ਦਾ ਮਾਣ ਗੁਰੂ ਵੀ ਬਖਸ਼ਿਸ਼ ਕਰਦਾ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਅਸੀਂ ਗੁਰੂ ਕੀ ਬਾਣੀ ਧਿਆਨ ਲਾ ਕੇ ਸ਼ਰਧਾ ਨਾਲ ਪੜ੍ਹੀਏ। ਜਦੋਂ ਸ਼ਰਧਾ ਆ ਗਈ, ਭਾਵਨਾ ਬਣ ਗਈ, ਸਮਝ ਲੈਣਾ ਕਰੋ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਫਿਰ ਦੁਨੀਆ ਤੁਹਾਡੇ ਪਿੱਛੇ ਲੱਗੇਗੀ ਕਿ ਸਹਿਜ ਅਵਸਥਾ ਦਾ ਮਾਲਕ ਹੈ, ਇਹ ਭਾਵਨਾ ਵਾਲਾ ਹੈ, ਇਹ ਅਭਿਆਸੀ ਪੁਰਸ਼ ਹੈ। ਸੁਣ ਮੰਡਲ ਇੱਕ ਜੋਗੀ ਬੈਸੇ। ਫਿਰ ਮਹਾਰਾਜ ਕਹਿਣ ਲੱਗੇ ਆ ਜੋਗੀ ਜਨੋ, ਤੁਸੀਂ ਭਾਵੇਂ ਸਮਾਧੀ ਲਾ ਕੇ ਬੈਠਦੇ ਹੋ, ਸੁਨ ਮੰਡਲ ਇੱਕ ਜੋਗੀ ਬੈਸੇ। ਕਿਉਂਕਿ ਸੁਨ ਅਫੁਰ ਇਹ ਅਵਸਥਾ ਵਿੱਚ ਜਦੋਂ ਕੋਈ ਬਹਿ ਜਾਵੇ, ਹਿੱਲੇ ਜੁੱਲੇ ਨਾ। ਗੁਰੂ ਕੇ ਪਿਆਰਿਓ ਕਦੇ ਵਿਚਾਰ ਕਰਕੇ ਵੇਖੋ, ਜੋਗੀ ਜਿਹੜਾ ਨਾ ਆਪਣੇ ਇੱਕ ਦਿਨ ਦੀ ਉਮਰ ਘਟਾ ਲੈਂਦਾ। ਕਿਉਂਕਿ ਵਿਦਵਾਨਾਂ ਨੇ ਵਿਚਾਰ ਕੀਤੀ, ਸਾਡੇ ਦਰਿਆਵੀ ਤੌਰ ਤੇ 24,000 ਸਵਾਸ ਰਾਤ ਦਿਨ ਦੇ ਚੱਲਦੇ ਆ। ਇੱਕ ਜੋਗੀ ਦੇ 21,624 ਸਵਾਸ ਚੱਲਦੇ, ਕਿਉਂਕਿ ਉਹ 2-2.5 ਘੰਟੇ ਰੋਜ਼ ਉਮਰ ਵਧਾ ਲੈਂਦਾ, ਜਿਹੜਾ ਯੋਗ ਸਾਧਨਾ ਦਾ ਮਾਲਕ ਹੋਵੇ। ਫਿਰ ਮਾਰੇ ਕਹਿਣ ਲੱਗੇ ਸਿੱਧਾਂ ਨੂੰ
ਕਿ ਇਹ ਸਿੱਧੋ ਤੁਸੀਂ ਸਮਾਧੀਆਂ ਵੀ ਲਾਉਂਦੇ ਆ, ਤੁਸੀਂ ਯੋਗ ਸਾਧਨਾ ਵੀ ਕਰਦੇ ਆ, ਪਰ ਅਸੀਂ ਉਸ ਜੋਗੀ ਪਰਮਾਤਮਾ ਨੂੰ ਯਾਦ ਕਰਦੇ ਆ ਜਿਹਦਾ ਸੁਨ ਅਫੁਰ ਅਵਸਥਾ ਮੰਡਲ ਗੋਲਾਕਾਰ ਇਹ ਸਾਰੀ ਸ੍ਰਿਸ਼ਟੀ ਵਿੱਚ ਅਫੁਰ ਅਵਸਥਾ ਵਿੱਚ ਟਿਕਿਆ ਆ। ਇਸ ਕਰਕੇ ਉਹ ਤੁਹਾਡੇ ਵਾਂਗੂ ਨਹੀਂ ਕੁਕਰਾ ਮਾਤ ਵਿਖਾਵੇ। ਧੰਨ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਵੀ ਗਏ ਜੋਗੀਆਂ ਨੇ ਬੜੀ ਮਹਾਰਾਜ ਨੂੰ ਕਰਾਮਾਤ ਵਿਖਾਉਂਦੇ ਰਹੇ। ਫਿਰ ਕਹਿਣ ਲੱਗੇ ਮਹਾਰਾਜ ਸਾਡੇ ਭੇਖ ਵਿੱਚ ਆ ਜਾਓ। ਮਹਾਰਾਜ ਕਹਿੰਦੇ ਕੀ ਕਰੋਗੇ? ਕਹਿੰਦੇ ਨਾਨਕ ਤੱਪਾ ਜੀ ਤੁਹਾਡੇ ਕੰਨ ਪਾੜ ਕੇ ਮੁੰਦਰਾ ਪਾਵਾਂਗੇ, ਤੁਹਾਡੇ ਮੋਢੇ ਤੇ ਡਾਂਗ ਰੱਖ ਕੇ ਦੋਵੇਂ ਬੰਨੀ ਝੋਲੀਆਂ ਖੋੜਗੀਆਂ, ਹੱਥ ਦੇ ਵਿੱਚ ਇੱਕ ਮੰਡਲ ਹੋਵੇਗਾ ਮੰਗਣ ਵਾਲਾ, ਤੇ ਨਵੇਂ ਖੰਡ ਕੀ ਪ੍ਰਿਥਵੀ ਮੰਗੈ ਸੋ ਜੋਗੀ ਜਗ ਸਾਰਾ। ਜਦੋਂ 9 ਖੰਡਾਂ ਤੇ ਜਾ ਕੇ ਭੜਕਾ ਕੇ ਮੰਗਾ ਕੇ ਲਿਆਵਾਂਗੇ ਉਹ ਯੋਗ ਸਾਧਨਾ ਪੂਰੀ ਹੋ ਜਾਏਗੀ। ਫਿਰ ਮਹਾਰਾਜ ਨੇ ਗੁਰੂ ਕੇ ਪਿਆਰੋ ਸਿੱਧਾਂ ਦੇ ਨਾਲ ਸਵਾਲ ਜਵਾਬ ਜਪਜੀ ਸਾਹਿਬ ਵਿੱਚ ਕੀਤੇ। ਮਹਾਰਾਜ ਸਾਹਿਬ ਬਚਨ ਕਰਦੇ ਆ ਕਿ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਮਹਾਰਾਜ ਕਹਿੰਦੇ ਅਸੀਂ ਅੰਦਰੋਂ ਹੀ ਇਹ ਸ਼ਰਮ ਦੀਆਂ ਗਿਆਨ ਦੀਆਂ ਭਾਵਨਾ ਦੀਆਂ ਮੁੰਦਰਾਂ ਵੀ ਤੇ ਇਹ ਸਭ ਕੁਝ ਪਾਉਣਾ ਕੀਤਾ ਆ। ਫਿਰ ਜਦੋਂ ਨਾਸ ਤਾਉਣ ਮਹਾਰਾਜ ਨੇ ਫਿਰ ਉਹਨਾਂ ਨੂੰ ਕਿਹਾ ਡੰਡ ਕਮੰਡਲ ਮੋਢੇ ਭਾਰ ਜੋਗ ਨਹੀਂ ਕਰਮਾਂ ਦੀ ਮਾਰ। ਮਹਾਰਾਜ ਕਹਿੰਦੇ ਤੁਸੀਂ ਤੇ ਆਪਣੇ ਆਪ ਜੋਗੇ ਨਹੀਂ, ਇਹ ਕੋਈ ਯੋਗ ਸਾਧਨਾ ਨਹੀਂ। ਸੁਨ ਮੰਡਲ ਇੱਕ ਜੋਗੀ ਬੈਸੇ, ਕਹਿੰਦੇ ਕਿ ਜੇ ਕੋਈ ਸਮਾਧੀ ਲਾ ਕੇ ਬੈਠਾ ਹੋਵੇ ਨਾਰ ਨ ਪੁਰਖ ਕਹੋ ਕਉ ਕੈਸੇ। ਕਹਿੰਦੇ ਫਿਰ ਉਹ ਨਾਰ ਇਸਤਰੀ ਜਾਂ ਪੁਰਖ ਉਹਨੂੰ ਕੀ ਕਵਾਂਗੇ? ਕਿਉਂਕਿ ਪਰਮੇਸ਼ਰ ਇੱਕ ਸੁਨ ਸਮਾਧੀ ਅੰਦਰ ਹੈ। ਕਿਉਂਕਿ ਆਪਾਂ ਜਦੋਂ ਬਚਨੇ ਪੜ੍ਹਦੇ ਆ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਉਹ ਆਪਣੀ ਮੌਜ ਵਿੱਚ ਟਿਕਿਆ ਹੋਇਆ ਆ। ਇਸ ਕਰਕੇ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤਰ ਸਰੂਪ। ਜਦੋਂ ਪਰਮੇਸ਼ਰ ਦੀ ਜੋਤ ਸਾਰਿਆਂ ਵਿੱਚ ਆ, ਉਹ ਇਸਤਰੀ ਰੂਪ ਵੀ ਆ, ਮਰਦ ਵੀ ਆ, ਪੰਛੀ ਵੀ ਆ, ਜੋ ਕੁਛ ਬਣਿਆ ਬਣਾਇਆ ਕਹੋ ਕਬੀਰ ਇਹ ਰਾਮ ਕੀ ਅੰਸ਼ ਸਾਰਿਆਂ ਵਿੱਚ ਮੌਜੂਦ ਹੈ। ਇਸ ਕਰਕੇ ਪਰਮੇਸ਼ਰ ਨੂੰ ਕੀ ਕਵਾਂਗੇ? ਉਹਨੂੰ ਤੇ ਜਿਹੜੇ ਉੱਚੀ ਅਵਸਥਾ ਦੇ ਮਾਲਕ ਬਣ ਗਏ ਉਹਨਾਂ ਦੇ ਅੰਦਰੋਂ ਆਵਾਜ਼ ਆਈ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹਨਾਂ ਦੇ ਅੰਦਰੋਂ ਆਵਾਜ਼ ਆਈ ਆ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਜਾਪਤ ਹੈ ਨਹੀਂ ਹੋਰ। ਕਹਿੰਦੇ ਜੋ ਵੀ ਬੋਲਦਾ ਜੋ ਜਪਦਾ ਪਿਆ ਕਿ ਇਹ ਪਰਮੇਸ਼ਰ ਦਾ ਨਾਮ ਜਪਦਾ ਪਿਆ। ਇਸ ਕਰਕੇ ਪਰਮੇਸ਼ਰ ਹਰ ਇੱਕ ਸਮੇਂ ਵਿੱਚ ਸਾਰਿਆਂ ਦੇ ਵਿੱਚ ਮੌਜੂਦ ਹੈ। ਤ੍ਰਿਭਵਨ ਜੋਤ ਰਹੇ ਲਿਵ ਲਾਈ। ਇਸ ਕਰਕੇ ਸਾਰੇ ਜੀਵਾਂ ਵਿੱਚ ਜੋਤ ਪਰਮੇਸ਼ਰ ਦੀ ਲੱਗੀ ਹੋਈ ਤਿੰਨਾਂ ਭਵਨਾਂ ਦਾ ਮਾਲਕ ਹੈ। ਸੁਰ ਨਰ ਨਾਥ ਸੱਚੇ ਸਰਨਾਈ। ਸੁਰ ਦੇਵਤੇ ਨਰ ਮਨੁੱਖ ਨਾਥ ਨੌ ਨਾਥ ਇਹ ਵੀ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਸਰਨਾਈ ਸ਼ਰਨ ਗ੍ਰਹਿਣ ਕਰਦੇ ਮੰਗਦੇ ਹੈ। ਆਨੰਦ ਮੂਲ ਅਨਾਥ ਆਧਾਰੀ। ਪਰਮੇਸ਼ਰ ਆਨੰਦ ਸਰੂਪ ਹੈ, ਮੂਲ ਸਾਰੀ ਪ੍ਰਕਿਰਤੀ ਦਾ ਮੁੱਢ ਹੈ। ਅਨਾਥ ਗੁਰੂ ਕੇ ਪਿਆਰਿਓ ਆਸਰੇ ਤੋਂ ਰਹਿਤ ਹੈ ਤੇ ਆਧਾਰੀ ਸਾਰੇ ਜੀਵਾਂ ਨੂੰ ਆਸਰਾ ਦਿੱਤਾ ਹੈ। ਉਹ ਪਰਮਾਤਮਾ ਆਸਰੇ ਤੋਂ ਰਹਿਤ, ਪਰ ਸਾਨੂੰ ਪਰਮਾਤਮਾ ਦਾ ਆਸਰਾ ਹੈ। ਪਰਮਾਤਮਾ ਦਾ ਆਸਰਾ ਚੁੱਕਿਆ ਜਾਵੇ ਤੇ ਆਪਾਂ ਡਿੱਗ ਪਵਾਂਗੇ, ਪਰ ਪਰਮੇਸ਼ਰ ਆਪਣੇ ਆਪ ਹੈ। ਉਹ ਉਹਦਾ ਕੋਈ ਮਾਂ ਨਹੀਂ, ਕੋਈ ਬਾਪ ਨਹੀਂ। ਕਿਉਂਕਿ ਮਹਾਰਾਜ ਦੇ ਆਪਾਂ ਜੋ ਦਸਮੇਸ਼ ਪਿਤਾ ਦੇ ਬਚਨ ਪੜ੍ਹਦੇ ਆ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ। ਮਹਾਰਾਜ ਕਹਿੰਦੇ ਉਹਦੀ ਕੋਈ ਮਾਂ ਨਹੀਂ, ਉਹਦਾ ਕੋਈ ਬਾਪ ਨਹੀਂ, ਪਰ ਉਹ ਸਾਰਿਆਂ ਦਾ ਮਾਂ ਤੇ ਪਿਓ ਆ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਉਹ ਸਾਰਿਆਂ ਦੀ ਸਾਰ ਲੈਂਦਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ। ਸੋ ਗੁਰਮੁਖਾਂ ਨੇ ਭਗਤੀ ਕਰ ਕਰਕੇ ਸਹਿਜ ਅਵਸਥਾ ਨੂੰ ਵਿਚਾਰ ਲਿਆ, ਇਸ ਆਨੰਦ ਨੂੰ ਮਾਣਿਆ ਹੈ। ਭਗਤ ਵਸ਼ਲ ਪੈ ਕਾਟਨ ਹਾਰੇ। ਉਹ ਵਾਹਿਗੁਰੂ ਪਰਮੇਸ਼ਰ ਭਗਤਾਂ ਦਾ ਵਛਲ ਪਿਆਰ ਕਰਦਾ ਹੈ, ਭਗਤਾਂ ਦੇ ਭੈ ਕੱਟਣ ਵਾਲਾ ਹੈ, ਭੈ ਕੱਢਦਾ ਆਇਆ ਹੈ। ਪੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਰਿਦ੍ਰਿਅੰਗ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮ ਕ੍ਰੋਧ। ਉਹ ਕਿੱਦਾਂ ਕੱਢਦਾ? ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਉਹ ਸਾਰਿਆਂ ਦੇ ਗੁਰੂ ਕੇ ਪਿਆਰੋ ਬੰਧਨ ਕੱਢਦਾ।
ਉਹ ਸਾਰਿਆਂ ਨੂੰ ਭੈ ਤੋਂ ਰਹਿਤ ਕਰਨ ਵਾਲਾ ਹੈ। ਹਉ ਮੈਂ ਮਾਰ ਮਿਲੇ ਪਗ ਧਾਰੇ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਉਹ ਹਉਮੈ ਨੂੰ ਮਾਰ ਕੇ ਛੱਡ ਕੇ ਪਰਮੇਸ਼ਰ ਦੇ ਪਗ ਚਰਨੀ ਪੈ ਗਏ ਹੈ, ਪਰਮੇਸ਼ਰ ਦੇ ਨਾਲ ਮਿਲ ਚੁੱਕੇ ਹੈ। ਅਨੇਕ ਯਤਨ ਕਰ ਕਾਲ ਸੰਤਾਏ। ਫਿਰ ਮਹਾਰਾਜ ਕਹਿੰਦੇ ਜੋਗੀਓ ਬੜੇ ਯਤਨ ਕਰਦੇ, ਕਰਾਮਾਤਾਂ ਬਣਾਈਆਂ, ਰਿੱਧੀਆਂ ਸਿੱਧੀਆਂ ਆ, ਪਰ ਤੁਹਾਨੂੰ ਵੀ ਕਾਲ ਮੌਤ ਸੰਤਾਉਂਦੀ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਆਪਾਂ ਜਿੰਨੇ ਵੀ ਤਮਾਮ ਜੂਬ ਆ, ਆਪਾਂ ਪਰਮੇਸ਼ਰ ਦੇ ਘਰੋਂ ਪਹਿਲਾਂ ਮਰਨਾ ਲਿਖਾ ਕੇ ਆਏ, ਫਿਰ ਸੰਸਾਰ ਮੰਡਲ ਵਿੱਚ ਆਏ ਆ। ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ, ਪਹਿਲਾਂ ਲਿਖਾ ਕੇ ਆਏ ਆ। ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰਿਆ। ਜੋ ਗੁਰੂ ਕੇ ਪਿਆਰੋ ਲਿਖਾ ਕੇ ਆਇਆ, ਇਹ ਜਨਮ ਤੋਂ ਪਹਿਲਾਂ ਹੀ ਸਾਡੀ ਮੌਤ ਮੁਕਰਨ ਕੀਤੀ ਹੈ। ਸਾਰਿਆਂ ਨੇ ਇੱਥੋਂ ਤੁਰ ਜਾਣਾ ਹੈ। ਜਨਮ ਪਦਾਰਥ ਦੁਬਦਾ ਖੋਵਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਜਨਮ ਸਾਡਾ ਮਨੁੱਖਾ ਨਾ, ਇਹ ਪਾਪ ਪੁੰਨਾ ਰੱਥੀ ਆ। ਤੇ ਜਦੋਂ ਇਸ ਜਨਮ ਨੂੰ ਸਫਲਿਆਂ ਕਰ ਲਿਆ, ਫਿਰ ਦੁਬਦਾ ਦੋ ਵਿਦਾ, ਦੋ ਚਿੱਤੀਆਂ, ਦੋ ਪਾੜਾ ਮਨ। ਗੁਰੂ ਘਰ ਆਉਂਦੇ ਆ, ਗੁਰੂ ਕੇ ਪਿਆਰੋ ਮਾਫ ਕਰਨਾ, ਆਪਾਂ ਸ਼ਰਧਾ ਵੀ ਰੱਖਦੇ, ਗੁਰੂ ਤੇ ਸ਼ੱਕ ਵੀ ਕਰਦੇ ਆ। ਕਿਉਂਕਿ ਅਰਦਾਸ ਵੀ ਕੀਤੀ ਆ ਤੇ ਅੰਦਰ ਵਲਵਲਾ ਵੀ ਆ ਕਿ ਅੱਜ ਪੂਰੀ ਹੋ ਜਾਏਗੀ ਕਿ ਅਗਲੇ ਐਤਵਾਰ ਨੂੰ ਆਵਾਂ। ਕਿਉਂਕਿ ਗੁਰੂ ਤੇ ਸ਼ਰਧਾ ਵੀ ਆ ਤੇ ਸ਼ੱਕ ਵੀ ਆ। ਇਸ ਕਰਕੇ ਸ਼ੱਕ ਦੀ ਸੂਈ ਨਹੀਂ, ਗੁਰੂ ਤੇ ਸ਼ਰਧਾ ਬਣਾਉਣਾ ਕਰੋ। ਫਿਰ ਮਹਾਰਾਜ ਕਹਿੰਦੇ ਦੁਬਦਾ ਇਹ ਦਵੈਤ ਵਾਲੀ ਬਿਰਤੀ ਖੋਵੈ ਨਾਸ ਹੋਵੇਗੀ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵਾ। ਇਸ ਕਰਕੇ ਆਪ ਨਹੀਂ ਚੀਨ ਸਾਪ ਨਹੀਂ ਪਛਾਣਦੇ, ਭ੍ਰਮ ਜੰਮਦੇ ਮਰਦੇ ਭਰਮਾਂ ਵਿੱਚ ਪੈ ਕੇ ਦੁਨਿਆਵੀ ਤੌਰ ਤੇ ਆਪਾਂ ਰੋਂਦੇ ਹਾਂ। ਕਹਤੋ ਪੜਤੋ ਸੁਣਤੋ ਏਕ। ਫਿਰ ਜਿਹੜੇ ਪਰਮੇਸ਼ਰ ਦੇ ਪਿਆਰੇ ਇਹ ਤਤਵੇ ਤੇ ਸੰਤ ਮਹਾਂਪੁਰਸ਼ਾਂ ਨਾ ਕਹਿ ਤੋ, ਉਹ ਤਾਂ ਬਾਣੀ ਨੂੰ ਕਹਿੰਦੇ ਹੈ। ਫਿਰ ਪੜ੍ਹ ਤੋ ਉਹ ਪੜ੍ਹਦੇ ਰਹਿੰਦੇ, ਸੁਣਦੇ ਵੀ ਆ। ਇਸ ਕਰਕੇ ਮਹਾਰਾਜ ਨੇ ਇਹ ਵੀ ਵਚਨ ਕੀਤਾ ਕਿਸੇ ਨੂੰ ਸੁਣਾਵੀ ਨਾ, ਆਪ ਵੀ ਸੁਣੀ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਇਹ ਚਾਰ ਤਰ੍ਹਾਂ ਦੇ ਨਾਲ ਗੁਰੂ ਕੇ ਪਿਆਰੋ ਬਾਣੀ ਪੜ੍ਹੀ ਜਾਂਦੀ ਆ। ਜਿਹਨੂੰ ਵਿਦਵਾਨਾਂ ਨੇ ਕਿਹਾ ਕਿ ਪਰਾ ਪਸੰਤੀ ਮਧਮਾ ਤੇ ਬੈਖਰੀ, ਇੱਕ ਨਾਭੀ ਵਿੱਚੋਂ, ਇੱਕ ਹਿਰਦੇ ਵਿੱਚੋਂ, ਇੱਕ ਆਪਣੇ ਆਪ ਜੋਗਾ ਨਿਤਨੇਮ, ਤੇ ਇੱਕ ਗੁਰੂ ਕੇ ਪਿਆਰੋ ਭਾਵ ਇਹ ਬੋਲਣਾ ਤੇ ਹੋਰ ਵੀ ਕਿਸੇ ਨੂੰ ਸੁਣਾਈ ਹੋਵੇ। ਮਹਾਰਾਜ ਕਹਿੰਦੇ ਪੜ੍ਹਨਾ ਵੀ ਆ, ਇਹਨੂੰ ਸੁਣਨਾ ਵੀ ਆ, ਤੇ ਸੁਣ ਕੇ ਕਮਾਈ ਵੀ ਕਰਨੀ ਆ। ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਜਪਜੀ ਸਾਹਿਬ ਵਿੱਚ ਗੁਰੂ ਕੇ ਪਿਆਰਿਓ 4 ਪੌੜੀਆਂ ਸਰਵਣ ਕਰਨ ਦੀਆਂ, 4 ਮੰਨਣ ਦੀਆਂ ਤੇ 4 ਨਿਧਿਆਸਣ ਕਮਾਈ ਦੀਆਂ ਇਹ ਮਹਾਰਾਜ ਨੇ ਉਚਾਰਨ ਕੀਤੀਆਂ। ਇਸ ਕਰਕੇ ਪਰਮੇਸ਼ਰ ਦੇ ਪਿਆਰੇ ਪੜ੍ਹਦੇ ਵੀ ਆ, ਸੁਣਦੇ ਕਮਾਉਂਦੇ ਹੈ। ਧੀਰਜ ਧਰਮ ਧਰਨੀ ਧਰ ਟੇਕ। ਇਸ ਕਰਕੇ ਉਹਨਾਂ ਨੂੰ ਧੀਰਜ ਮਾਲਕ ਨੇ ਦਿੱਤੀ, ਧਰਮ ਕਮਾਉਂਦੇ ਹੈ। ਕਿਉਂਕਿ ਪਰਮੇਸ਼ਰ ਦੇ ਘਰ ਦੀ ਧੀਰਤਾ ਧਰਤੀ ਧਰਣੀ ਧਰਤੀ ਦੀ ਨਿਆਈ ਹੈ। ਏਡੀ ਭਾਵ ਨਿਮਰਤਾ ਵਾਲੀ ਹੈ। ਜਤ ਸਤ ਸੰਜਮ ਹਿਰਦੈ ਸਮਾਏ। ਪਰਮੇਸ਼ਰ ਦੇ ਪਿਆਰੇ ਜਤ ਸਤ ਵਿੱਚ ਕਾਇਮ ਹੈ। ਉਹ ਸਤਵਾਦੀ ਆ, ਸੰਜਮ, ਇੰਦਰੀਆਂ ਨੂੰ ਦਮਨ ਕਰਕੇ ਰੱਖਦੇ ਆ। ਹਿਰਦੇ ਵਿੱਚ ਮਾਲਕ ਦੇ ਨਾਮ ਨੂੰ ਪਾਪ ਪਰੋਇਆ ਹੋਇਆ ਹੈ। ਚੌਥੇ ਪਦ ਕਉ ਜੇ ਮਨ ਪਤਿਆਏ। ਫਿਰ ਮਹਾਰਾਜ ਕਹਿੰਦੇ ਰਾਜਗੁਣ ਤਮਗੁਣ ਸਤਗੁਣ ਨੂੰ ਛੱਡ ਕੇ ਜੇ ਤੁਰਿਆ ਅਵਸਥਾ ਵਿੱਚ ਕੋਈ ਪਹੁੰਚ ਜਾਵੇ, ਫਿਰ ਕਦੇ ਮਨ ਪਤਿਆਜਦਾ ਹੈ। ਕਿਉਂਕਿ ਹਰ ਬੰਦਾ ਕਹਿੰਦਾ ਰਾਤੋਂ ਦਿਨ ਨਾ ਚੜੇ ਕਿ ਮੈਂ ਰਜੋ ਗੁਣ ਵਿੱਚ ਜਾਵਾਂ, ਰਾਜ ਭਾਗ ਮਿਲ ਜਾਵੇ। ਜੇ ਉਹ ਮਿਲ ਗਿਆ ਤੇ ਤਮੋ ਗੁਣ ਪੈਦਾ ਹੋ ਜਾਂਦਾ ਕਿ ਤਮਾ ਨਹੀਂ ਮਰਦੀ। ਫਿਰ ਗੁਰੂ ਕੇ ਪਿਆਰੋ ਕੋ ਸਤਵਾਦੀ ਤੇ ਬਿਰਲਾਈਆ ਤੁਰਿਆ ਅਵਸਥਾ ਗੁਰਮੁਖ ਪਾਈਆ, ਸੰਤ ਸਭਾ ਕੀ ਓਟ ਲਹੀ। ਸਾਚੇ ਨਿਰਮਲ ਮੈਲ ਨਾ ਲਾਗਾ। ਫਿਰ ਮਹਾਰਾਜ ਕਹਿੰਦੇ ਜਿਹੜੇ ਸੱਚੇ ਦੇ ਨਾਲ ਜੁੜ ਗਏ, ਨਿਰਮਲ ਹੋ ਗਏ, ਪਵਿੱਤਰ ਹੋ ਗਏ, ਉਹਨਾਂ ਨੂੰ ਦਵੈਤ ਦੀ ਵਕਾਰਾਂ ਦੀ ਮੈਲ ਨਹੀਂ ਪੂਣਾ ਕਰਦੀ। ਗੁਰ ਕੈ ਸ਼ਬਦ ਭਰਮ ਭਉ ਭਾਗਾ। ਗੁਰੂ ਕੀ ਸ਼ਬਦ ਕਮਾਈ ਦੇ ਨਾਲ ਉਹਨਾਂ ਦੇ ਅੰਦਰੋਂ ਭਰਮ ਭਾਗੈ, ਭਰਮ ਚਲਿਆ ਜਾਂਦਾ ਹੈ। ਸੂਰਤ ਮੂਰਤ ਆਦਿ ਅਨੂਪ। ਉਹ ਪਰਮੇਸ਼ਰ ਜਿਹੜਾ ਬੜਾ ਸੂਰਤ ਸੁੰਦਰ ਹੈ, ਉਹਦੀ ਮੂਰ ਸਰੂਪ ਬੜਾ ਸੋਹਣਾ ਹੈ। ਉਹ ਆਦ ਮੁੱਢ ਹੈ, ਅਨੂ ਉਪਮਾ ਤੋਂ ਬਾਹਰਾ ਹੈ। ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ। ਨਾਨਕ ਜਾਚੈ ਸਾਚ ਸਰੂਪ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਸੱਚੇ ਸਰੂਪ ਉਸ ਵਾਹਿਗੁਰੂ ਸੁੰਦਰ ਪਰਮੇਸ਼ਰ ਨੂੰ ਜਾਚੈ ਮੰਗਦਾ ਹਾਂ। ਮੈਂ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕਰਦਾ ਹਾਂ।
ਸੋ ਆਓ ਜੋ ਲੜੀਵਾਰ ਇਸ ਪੁੱਤਰ ਸਥਾਨ ਤੇ ਹਰ ਰੋਜ਼ ਕਥਾ ਹੁੰਦੀ ਹੈ, ਇਹ ਵੀ ਆਪਾਂ ਇੱਕ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਸ਼ਲੋਕ ਆਸ ਪਿਆਸੇ ਮੈਂ ਫਿਰੋ ਕਬ ਪੇਖੋ ਗੋਪਾਲ। ਸ਼ਲੋਕ ਗੁਰੂ ਕੇ ਪਿਆਰਿਓ ਸਭਾ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ। ਸਭਾ ਲੋਕ ਇੱਥੇ ਦੀ ਬੰਦਗੀ ਕੀਤੀ, ਪਰਲੋਕ ਦਾ ਵੀ ਗੁਰੂ ਕੇ ਪਿਆਰਿਓ ਸੁੱਖ ਦੇਣ ਵਾਲਾ ਇੱਕ ਛੰਦ ਦੀ ਚਾਲ ਵੀ ਗਿਆ, ਇੱਕ ਗੀਤ ਵੀ ਕਿਹਾ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 2844 ਸ਼ਲੋਕ ਆਉਂਦੇ ਆ, 2844 ਸ਼ਲੋਕ ਆ। ਇਹ ਮਹਾਰਾਜ ਨੇ ਕਿਤੇ ਸ਼ਲੋਕ ਦਾ ਸਰਲੇਖ ਦੇ ਕੇ ਬਾਣੀ ਉਚਾਰੀ ਆ। ਇੱਥੇ ਜਗਿਆਸੂ ਰੂਪ ਇਸਤਰੀ ਪਰਮੇਸ਼ਰ ਨੂੰ ਮਿਲਣ ਵਾਸਤੇ ਆਸ ਪਿਆਸੀ ਮੈਂ ਫਰੋ ਕਬ ਪੇਖੋ ਗੋਪਾਲ। ਹੇ ਗੋਪਾਲ ਸ੍ਰਿਸ਼ਟੀ ਦੇ ਪਾਲਣਹਾਰ ਦਾਤਾ ਜੀ, ਮੈਂ ਆਸ ਲੈ ਕੇ ਘੁੰਮਦੀ ਫਿਰਦੀ ਆ, ਕਬ ਪੇਖੋ ਮੈਂ ਕਦੋਂ ਦੇਖਾਂ, ਕਦੋਂ ਤੁਹਾਡੇ ਦੀਦਾਰ ਹੋਣ। ਆਸ ਪਿਆਸੀ ਪਿਰਕੈ ਤਾਈ ਜੋ ਚਾਤਰਕ ਬੂੰਦੇਰੇ, ਕਹੋ ਨਾਨਕ ਜੀੜਾ ਬਲਹਾਰੀ ਦੇਹੋ ਦਰਸ ਪ੍ਰਭ ਮੇਰੇ। ਆਪਾਂ ਵੇਖਿਆ ਨਾ ਅੰਮ੍ਰਿਤ ਵੇਲੇ ਜਦੋਂ ਪਾਲਕੀ ਸਾਹਿਬ ਆਉਂਦੀ ਆ ਤੇ ਗੁਰੂ ਕੇ ਪਿਆਰਿਓ ਆਸ ਲੱਗੀ ਹੁੰਦੀ ਆ, ਖਿੱਚਿਆ ਕਿ ਕਿਤੇ ਪਾਲਕੀ ਸਾਹਿਬ ਨੂੰ ਮੋਢਾ ਲੱਗ ਜਾਵੇ। ਆਸ ਲੱਗੀ ਹੁੰਦੀ ਆ ਕਿਤੇ ਫੁੱਲਾਂ ਦੀ ਵਰਖਾ ਹੋ ਰਹੀ, ਮੇਰੀ ਝੋਲੀ ਵਿੱਚ ਇੱਕ ਫੁੱਲ ਦਾ ਇੱਕ ਪੱਤੀ ਵੀ ਡਿੱਗ ਪੈਣਾ ਕਰੇ, ਕਿਉਂਕਿ ਇਹ ਆਸ ਆ। ਇਹ ਗੁਰੂ ਕੇ ਪਿਆਰਿਓ ਜਗਿਆਸੂ ਰੂਪ ਇਸਤਰੀ ਨੂੰ ਆਸ ਹੈ ਕਿ ਮੈਨੂੰ ਪ੍ਰੀਤਮ ਮਿਲ ਪੈਣਾ ਕਰੇ। ਕਸ਼ਮੀਰ ਦੀ ਧਰਤੀ ਤੇ ਬੈਠੀ ਮਾਈ ਭਾਗ ਭਰੀ ਔਰ ਅੱਖਾਂ ਦੀ ਜੋਤ ਗਵਾ ਚੁੱਕੀ, ਆਸ ਰੱਖਦੀ ਆ ਕਿ ਮੀਰੀ ਪੀਰੀ ਦੇ ਮਾਲਕ ਆ ਕੇ ਕਿਤੇ ਮਿਲਣ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜਾ ਕੇ ਮਿਲੇ, ਮਾਤਾ ਨੂੰ ਨਿਹਾਲ ਕਰ ਦੇਣਾ ਕੀਤਾ ਸੀ। ਗੁਰੂ ਕੇ ਪਿਆਰੋ ਜਿਨ੍ਹਾਂ ਜਿਨ੍ਹਾਂ ਨੇ ਆਸ ਰੱਖੀ, ਮਾਲਕ ਨੇ ਉਹਨਾਂ ਨੂੰ ਨਿਹਾਲ ਕੀਤਾ ਹੈ। ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ। ਫਿਰ ਮਹਾਰਾਜ ਕਹਿੰਦੇ ਹੈ ਕੋਈ ਸਾਜਨ ਸੰਤ ਜਨ, ਹੈ ਕੋਈ ਰੱਬ ਦਾ ਪਿਆਰਾ ਸੱਜਣ, ਹੈ ਕੋਈ ਸੰਤ, ਹੈ ਕੋਈ ਰੱਬ ਦਾ ਪਿਆਰਾ ਕਿ ਜਿਹੜਾ ਮੈਨੂੰ ਵਾਹਿਗੁਰੂ ਦੇ ਨਾਲ ਮਿਲਾ ਦਵੇ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਕੋਈ ਜਨ, ਇੱਥੇ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਉੱਚੀ ਕੁੱਲ ਦਾ ਹੋਵੇ ਜਾਂ ਕਿਤੇ ਅਮੀਰ ਹੋਵੇ ਜਾਂ ਕੋਈ ਬਾਦਸ਼ਾਹ। ਮਹਾਰਾਜ ਕਹਿੰਦੇ ਕੋਈ ਜਨ, ਕੋਈ ਰੱਬ ਦਾ ਪਿਆਰਾ ਅਭਿਆਸੀ ਜਿਹੜਾ ਜੁੜਿਆ, ਕਿਤੇ ਮੈਨੂੰ ਵੀ ਜੋੜ ਦੇਣਾ ਕਰੇ। ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕੋਈ ਜਨ, ਇੱਥੇ ਮਹਾਰਾਜ ਕਹਿੰਦੇ ਕਿ ਕੋਈ ਰੱਬ ਦਾ ਪਿਆਰਾ ਮੈਨੂੰ ਮਾਲਕ ਨਾਲ ਮਿਲਾ ਦਵੇ। ਬਿਨ ਮਿਲਬੇ ਸਾਤ ਨਾ ਉਪਜਾਏ, ਤਿਲ ਪਲ ਰਹਿਣ ਨਾ ਜਾਏ। ਵਾਹਿਗੁਰੂ ਪਰਮੇਸ਼ਰ ਜੀ, ਬਿਨਾ ਮਿਲਬੇ ਤੋਂ ਮੈਨੂੰ ਸ਼ਾਂਤੀ ਨਹੀਂ, ਮੈਨੂੰ ਠੰਡ ਨਹੀਂ ਪੈਂਦੀ। ਮੇਰਾ ਹੁਣ ਤੇਰੇ ਮਿਲਣ ਤੋਂ ਬਗੈਰ ਇੱਕ ਪਲ ਇਹ ਵੀ ਭਾਵ ਬੜਾ ਮੁਸ਼ਕਲ ਲੰਘਣਾ ਕਰਦਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਤੁਤ ਭਗਵੰਤਾ। ਇੱਕ ਖਿੰਨ ਪਲ ਵਿਸਰੈ ਤੂੰ ਸੁਆਮੀ, ਜਾਣੋ ਬਰਸ 50। ਰੱਬ ਦੇ ਪਿਆਰੇ ਕਹਿੰਦੇ ਖੇ ਮੇਰੇ ਮਾਲਕ ਇੱਕ ਪਲ ਵੀ ਭੁੱਲ ਗਿਆ, ਸਾਡਾ 50 ਸਾਲ ਦਾ ਵਿਛੋੜਾ ਪੈ ਜਾਏਗਾ। ਇਸ ਕਰਕੇ ਸਾਡੇ ਕੁਰਿਆ ਨਹੀਂ ਜਾਂਦਾ। ਹਰ ਸਾਧ ਹੈ ਸਰਨਾਗਤੀ, ਨਾਨਕ ਆਸ ਪੁਜਾਏ। ਫਿਰ ਮਹਾਰਾਜ ਨੇ ਇੱਕ ਜੁਗਤੀ ਦੱਸੀ ਕਿ ਜੇ ਜੁੜਨਾ ਤੇ ਸਾਧਨਾ ਕਰਨ ਵਾਲੇ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆ ਜਾਣਾ ਕਰ, ਉਹ ਤੇਰੀ ਆਸ ਪੂਰੀ ਕਰ ਦੇਵਣਗੇ। ਸ਼ੰਤ ਸ਼ੰਤ ਗੁਰੂ ਕੇ ਪਿਆਰੋ ਇੱਕ ਸੰਗੀਤਮਈ ਚਾਲ ਆ। ਇਹ ਸੰਸਕ੍ਰਿਤ ਦਾ ਸ਼ਬਦ ਆ। ਸ਼ੰਤ ਇਹ ਗੀਤ ਆ। ਸ਼ੰਤ ਦੀਆਂ 4 ਤੁਕਾਂ ਵੀ ਆਉਂਦੀਆਂ ਤੇ 6 ਤੁਕਾਂ ਵੀ ਆ ਜਾਂਦੀਆਂ। ਇਹ ਸਤਿਗੁਰਾਂ ਦੀ ਆਪਣੀ ਮੌਜ ਹੈ। ਰੁੱਤ ਸਰਦ ਅਡੰਬਰੂ, ਅਸੂ ਕਤ ਕੇ ਹਰ ਪਿਆਸ ਜੀਓ। ਹੁਣ ਮਹਾਰਾਜ ਕਹਿੰਦੇ ਜਿਹੜੀ ਅਸੂ ਕੱਤੇ ਦੀ ਰੁੱਤ ਆ ਨਾ, ਇਹ ਸਰਦ ਆ, ਠੰਡੀ ਰੁੱਤ ਆ। ਇਹ ਅਡੰਬਰ ਬੜਾ ਸੋਹਣਾ ਭਾਵ ਇਹ ਮੌਕਾ ਬਣਿਆ। ਮਹਾਰਾਜ ਕਹਿੰਦੇ ਕਿ ਅੰਦਰ ਪਿਆਸ ਲੱਗੀ ਹੈ, ਕਿ ਅੰਦਰ ਪਿਆਸ ਖਿੱਚ ਹੈ ਕਿ ਪਰਮੇਸ਼ਰ ਮਿਲ ਪੈੜਾ ਕਰੇ। ਹੋ ਜੰਤੀ ਦਰਸ਼ਨ ਫਿਰਤ, ਕਬ ਮਿਲਿਆ ਗੁਣ ਤਾਸ ਜੀਓ। ਇਸ ਕਰਕੇ ਮੈਂ ਖੋਜਦੀ ਫਿਰਦੀ ਆ ਦਰਸ਼ਨਾਂ ਨੂੰ ਕਿ ਕਬ ਮਿਲੀਏ, ਕਦੋਂ ਮਿਲਣਗੇ। ਇਹ ਗੁਣਾਂ ਦਾ ਤਾਸ ਖਜ਼ਾਨਾ ਕਦੋਂ ਪ੍ਰਾਪਤ ਹੋਵੇਗਾ। ਬਿਨ ਕੰਤ ਪਿਆਰੇ ਨਹਿ ਸੂਖ ਸਾਰੇ, ਹਾਰ ਕੰਗਣ ਤ੍ਰਿਗ ਬਣਾ। ਉਸ ਵਾਹਿਗੁਰੂ ਕੰਤ ਪਿਆਰੇ ਤੋਂ ਬਿਨਾ ਭਾਵੇਂ ਦੁਨਿਆਵੀ ਸੁੱਖ ਬੜੇ ਆ,
ਭਾਵੇਂ ਗਲ ਵਿੱਚ ਹਾਰ ਕੋ ਕੰਗਣ ਪਾਇਆ ਤਿਰਕਾਰ ਹੈ ਕਿਸੇ ਕੰਮ ਨਹੀਂ ਹੈ। ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ। ਭਾਵੇਂ ਉਹ ਇਸਤਰੀ ਸੁੰਦਰ ਬੜੀ ਭਵ ਸੋਹਣੀ ਹੋਵੇ, ਸੁਜਾਨ ਬੜੀ ਸਿਆਣੀ ਹੋਵੇ, ਚਤਰ ਹਰ ਪੱਖ ਤੋਂ ਭਾਵ ਇਹ ਸਿਆਣੀ ਵੀ ਹੋਵੇ, ਇਹ ਤਤ ਬੇਤੀ ਹੋਵੇ, ਵਿਦਿਆ ਬੇਤੀ ਹੋਵੇ, ਪਰ ਜੇ ਪਰਮੇਸ਼ਰ ਪਿਆਰਾ ਉਹਨੂੰ ਨਹੀਂ ਪ੍ਰਾਪਤ ਹੋਇਆ, ਜਿਸ ਤਰ੍ਹਾਂ ਸਾਸ ਬਿਨਾ ਤੈਸੇ ਤਨਾ, ਉਹਦਾ ਤਨ ਜਿੱਦਾਂ ਅੰਦਰ ਸਵਾਸ ਨਹੀਂ ਚੱਲਦੇ, ਇੱਕ ਮੁਰਦਾ ਸਰੀਰ ਹੈ। ਈਤ ਉਤ ਦਹਿ ਦਿਸ ਅਲੋਕਣਾ ਮਨ ਮਿਲਣ ਕੀ ਪ੍ਰਭ ਪਿਆਸ ਜੀਓ। ਈਤ ਉਧਰ ਇਧਰ ਉਧਰ ਦਸਾਂ ਦਸਾਵਾਂ ਵੱਲ ਅਲੋਕਣ ਵੇਖਦੀ ਝਾਕਦੀ ਹੈ, ਮਨ ਵਿੱਚ ਮਿਲਣ ਦੀ ਪਿਆਸ ਲੱਗੀ ਹੋਈ ਹੈ। ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣ ਤਾਸ ਜੀਓ। ਅਖੀਰ ਵਿੱਚ ਮਹਾਰਾਜ ਕਿਰਪਾ ਕਰਦੇ ਹੈ, ਵਾਹਿਗੁਰੂ ਕਿਰਪਾ ਕਰ ਮੈਨੂੰ ਨਿਮਾਣੀ ਨੂੰ ਮਿਲਣਾ ਕਰ, ਤੁਸੀਂ ਗੁਣਾਂ ਦੇ ਤਾਸ ਖਜ਼ਾਨੇ ਹੋ। ਸੋ ਬੇਅੰਤ ਵਿਚਾਰ ਕਰਦੇ ਆ ਭੁੱਲ ਚੁੱਕ ਹੋ ਜਾਂਦੀ, ਸਮਾਂ ਜਿਹੜਾ ਸਮਾਪਤ ਹੈ। ਸੋ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦਾ, ਸਮੂਹ ਪ੍ਰਬੰਧਕ ਕਮੇਟੀ ਦਾ, ਸਮੂਹ ਸੰਗਤਾਂ ਦਾ, ਸੋ ਜਿਨ੍ਹਾਂ ਨੇ ਨਾਲ ਕਥਾ ਪੜ੍ਹਾਈ, ਗਿਆਨੀ ਦਲਾਰ ਸਿੰਘ ਜੀ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਮਾਫੀ, ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਆ ਦੋ ਪੰਕਤੀਆਂ ਪੜ੍ਹ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਈਤ ਉਤ ਦਹਿ ਦਿਸ ਅਲੋਕਣਾ ਮਨ ਮਿਲਣ ਕੀ ਪ੍ਰਭ ਪਿਆਸ ਜੀਓ। ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣ ਤਾਸ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।